ਸਾਬਕਾ ਮੰਤਰੀ ਵਿਜੇ ਸਿੰਗਲਾ ਨੂੰ ਵੱਡੀ ਰਾਹਤ, ਹਾਈ ਕੋਰਟ ਤੋਂ ਮਿਲੀ ਜ਼ਮਾਨਤ। ਕਰਪਸ਼ਨ ਕੇਸ ਦੇ ਵਿੱਚ ਹੋਈ ਸੀ ਵਿਜੇ ਸਿੰਗਲਾ ਦੀ ਗ੍ਰਿਫਤਾਰੀ। ਮੂਸੇਵਾਲਾ ਕਤਲकांड ਦੇ ਵਿੱਚ ਗ੍ਰਿਫਤਾਰ ਸਤਬੀਰ ਦੇ ਪਰਿਵਾਰ ਦਾ ਵੱਡਾ ਦਾਅਵਾ, ਕਿਹਾ ਅਕਾਲੀ ਨੇਤਾ ਨਿਰਮਲ ਕਾਲੋ ਦੇ ਭਤੀਜੇ ਸੰਦੀਪ ਦੇ ਕਹਿਣ ਤੇ ਹੀ ਬਠਿੰਡਾ ਵਿੱਚ ਬੈਗ ਦੇ ਕੇ ਆਇਆ ਸੀ ਸਤਬੀਰ। ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਦੇ ਨੇ ਇਲਜ਼ਾਮ। ਮੂਸੇਵਾਲਾ ਕਤਲकांड ਦੀ ਕੌਮਾਂਤਰੀ ਪੱਧਰ ਤੇ ਜਾਂਚ ਕਰਨ ਦੀ ਮੰਗ। सांसद सिमरनजीत सिंह मान बोले, ਹੁਣ ਤੱਕ ਦੀ ਜਾਂਚ ਤੇ ਬਰਾਮਦਗੀ ਤੋਂ ਕੇਸ ਨਜ਼ਰ ਆ ਰਿਹਾ ਕਮਜ਼ੋਰ। ਲੋੜ ਪਈ ਤਾਂ ਇਨਸਾਫ ਦੇ ਲਈ ਵਿਟਾਂਗੇ ਸੰਘਰਸ਼। ਕਰਪਸ਼ਨ ਦੇ ਮਾਮਲੇ ਵਿੱਚ ਵਿਜੀਲੈਂਸ ਦਾ ਇੱਕ ਹੋਰ ਵੱਡਾ ਐਕਸ਼ਨ। ਪੰਜਾਬ ਦੇ IFS ਅਧਿਕਾਰੀ ਵਿਸ਼ਾਲ ਚੌਹਾਨ ਨੂੰ ਕੀਤਾ ਗ੍ਰਿਫਤਾਰ। 1 ਕਰੋੜ ਦੀ ਰਿਸ਼ਵਤ ਮੰਗਣ ਦਾ ਇਲਜ਼ਾਮ। ਪਹਿਲਾਂ ਤੋਂ ਗ੍ਰਿਫਤਾਰ DFO ਤੇ ਠੇਕੇਦਾਰ ਦੇ ਬਿਆਨਾਂ ਦੇ ਆਧਾਰ ਤੇ ਹੋਈ ਕਾਰਵਾਈ। ਪੰਜਾਬ 'ਚੋਂ ਨਹੀਂ ਖਤਮ ਹੋ ਰਿਹਾ ਨਸ਼ੇ ਦਾ ਕੋੜ। 24 ਘੰਟਿਆਂ ਵਿੱਚ 2 ਨੌਜਵਾਨਾਂ ਨੇ ਦਿੱਤੀ ਜਾਨ। ਬਰਨਾਲਾ ਵਿੱਚ ਮੇਕਅਪ ਆਰਟਿਸਟ ਦੀ ਮੌਤ। ਨਵਾਂ ਸ਼ਹਿਰ ਦੇ ਵਿੱਚ ਖੇਤਾਂ ਵਿੱਚ ਮਿਲੀ ਨੌਜਵਾਨ ਦੀ ਲਾਸ਼। ਬਟਾਲਾ ਦੇ ਭੰਡਾਰੀ ਮੁਹੱਲੇ ਵਿੱਚ ਕਿਰਚਾ ਮਾਰ ਕੇ ਨੌਜਵਾਨ ਦਾ ਕਤਲ। ਆਟੋ ਰਿਕਸ਼ਾ ਚਲਾਉਂਦਾ ਸੀ ਨੌਜਵਾਨ। ਪਰਿਵਾਰ ਨੇ ਇਨਸਾਫ ਦੀ ਲਾਈ ਗੁਹਾਰ। ਲੋਕ ਮੁੱਦਿਆਂ ਨੂੰ ਲੈ ਕੇ ਸਲਾਹਕਾਰ ਕਮੇਟੀ ਬਣਾਏਗੀ ਪੰਜਾਬ ਸਰਕਾਰ। ਚੇਅਰਮੈਨ ਅਤੇ ਮੈਂਬਰਾਂ ਦੇ ਨਾਵਾਂ ਦਾ ਛੇਤੀ ਹੋਵੇਗਾ ਐਲਾਨ। ਸਰਕਾਰ ਨੂੰ ਜਨਤਕ ਮਹੱਤਵ ਵਾਲੇ ਮੁੱਦਿਆਂ ਤੇ ਸਲਾਹ ਦੇਵੇਗੀ ਕਮੇਟੀ। ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਅਤੇ NGT ਮੋਨੀਟਰਿੰਗ ਕਮੇਟੀ ਦੇ ਮੈਂਬਰ ਸੰਤ ਸੀਚੇਵਾਲ ਦਾ ਵੱਡਾ ਬਿਆਨ। ਵਿਕਾਸ ਦੇ ਨਾਂ ਤੇ ਨਹੀਂ ਉਜੜਨ ਦੇਵਾਂਗੇ ਮੱਤੇਵਾੜਾ ਜੰਗਲ। ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਚੁੱਕਾਂਗੇ ਮਸਲਾ। ਅਬੋਹਰ ਦੇ ਦੀਵਾਨ ਖੇੜਾ ਨਹਿਰ ਦੇ ਵਿੱਚ ਵੱਡੀ ਗਿਣਤੀ ਵਿੱਚ ਮਰੀਆਂ ਮੱਛੀਆਂ। ਲੋਕਾਂ ਦਾ ਇਲਜ਼ਾਮ, ਨਹਿਰ ਵਿੱਚ ਛੱਡਿਆ ਜਾ ਰਿਹਾ ਹੈ ਜ਼ਹਿਰੀਲਾ ਪਾਣੀ। ਲੋਕਾਂ ਦੀ ਸਿਹਤ ਦੇ ਨਾਲ ਵੀ ਹੋ ਰਿਹਾ ਖਿਲਵਾੜ। ਉੱਤਰਾਖੰਡ ਦੇ ਰਾਮਨਗਰ ਦੇ ਵਿੱਚ ਸੈਲਾਨੀਆਂ ਦੇ ਨਾਲ ਭਰੀ ਗੱਡੀ ਨਦੀ ਦੇ ਵਿੱਚ ਡਿੱਗੀ। ਹਾਦਸੇ ਵਿੱਚ 9 ਲੋਕਾਂ ਦੀ ਮੌਤ। ਪਟਿਆਲਾ ਦੇ ਰਹਿਣ ਵਾਲੇ ਸੀ ਸਾਰੇ ਮ੍ਰਿਤਕ। ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਤੇ ਕਾਤਲਾਨਾ ਹਮਲਾ। ਭਾਸ਼ਣ ਦੌਰਾਨ ਛਾਤੀ ਵਿੱਚ ਮਾਰੀਆਂ ਗੋਲੀਆਂ। ਪੁਲਿਸ ਨੇ ਹਮਲਾਵਰ ਨੂੰ ਕੀਤਾ ਗ੍ਰਿਫਤਾਰ। न्यूज़ 18 पंजाब हरियाणा हिमाचल वेख रहे दर्शकों का स्वागत है। मैं हां गगनदीप चौहान। इस वेले दे बुलेटिन की शुरुआत अहम खबर दे नाल। मूसेवाला कतलकांड ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਗ੍ਰਿਫਤਾਰ ਸਤਬੀਰ ਦੇ ਪਰਿਵਾਰ ਦਾ ਵੱਡਾ ਦਾਅਵਾ ਹੈ ਅਕਾਲੀ ਨੇਤਾ ਨਿਰਮਲ ਕਾਲੋਂ ਦੇ ਭਤੀਜੇ ਸੰਦੀਪ ਕਾਲੋਂ ਦੇ ਕਹਿਣ ਤੇ ਛੱਡਣ ਗਿਆ ਸੀ ਸਤਬੀਰ ਤਿੰਨ ਲੋਕਾਂ ਨੂੰ ਆਪਣੀ ਫੋਰਚੂਨਰ ਕਾਰ ਦੇ ਵਿੱਚ ਬਠਿੰਡਾ ਛੱਡਣ ਗਿਆ ਸੀ ਸਤਬੀਰ ਤੇ ਬਠਿੰਡਾ ਵਿੱਚ ਹੀ ਕਿਸੇ ਸ਼ਖਸ ਨੇ ਦਿੱਤਾ ਸੀ ਬੈਗ ਸੰਦੀਪ ਦੇ ਨਾਲ। ਸਤਬੀਰ ਦੇ ਨੇ ਪੁਰਾਣੇ ਕਾਰੋਬਾਰੀ ਸਬੰਧ। ਸੰਦੀਪ ਕਾਲੋਂ ਉਹਨਾਂ ਤੋਂ ਘੋੜੇ ਵੀ ਜਿਹੜਾ ਹੈਗਾ ਖਰੀਦਾ ਰਿਹਾ ਹੈ ਤੇ ਅਕਾਲੀ ਨੇਤਾ ਨਿਰਮਲ ਕਾਲੋਂ ਦਾ ਭਤੀਜਾ ਸੰਦੀਪ ਕਾਲੋਂ ਹਰਗੋਬਿੰਦਪੁਰ ਦੇ ਵਿੱਚ ਪੰਚਾਇਤ ਅਧਿਕਾਰੀ ਵਜੋਂ ਤੈਨਾਤ ਹੈ ਤੇ ਕਈ ਦਿਨਾਂ ਤੋਂ ਆਪਣੀ ਡਿਊਟੀ ਤੋਂ ਵੀ ਗੈਰ ਹਾਜ਼ਰ ਹੁਣ ਚੱਲ ਰਿਹਾ ਹੈ। ਸੰਦੀਪ ਕਾਲੋਂ ਦੇ ਕਹਿਣ ਤੇ ਹੀ ਸਤਬੀਰ 3 ਲੋਕਾਂ ਨੂੰ ਛੱਡਣ ਲਈ ਗਿਆ ਸੀ। 3 ਲੋਕਾਂ ਨੂੰ ਆਪਣੀ ਫੋਰਚੂਨਰ ਕਾਰ ਦੇ ਵਿੱਚ ਬਠਿੰਡਾ ਛੱਡਣ ਲਈ ਗਿਆ ਸੀ। ਸਤਬੀਰ ਦੇ ਪਰਿਵਾਰ ਦਾ ਇਹ ਦਾਅਵਾ ਹੈ ਨਿਰਮਲ ਕਾਲੋਂ ਦੇ ਭਤੀਜੇ ਸੰਦੀਪ ਦੇ ਕਹਿਣ ਤੇ ਸਤਬੀਰ ਨੇ ਕੰਮ ਕੀਤਾ। ਸੰਦੀਪ ਦੇ ਨਾਲ ਸਤਬੀਰ ਦੇ ਪੁਰਾਣੇ ਕਾਰੋਬਾਰੀ ਸੰਬੰਧ ਨੇ ਔਰ ਸੰਦੀਪ ਸਤਬੀਰ ਹੋਰਾਂ ਕੋਲੋਂ ਘੋੜੇ ਖਰੀਦਦਾ ਰਿਹਾ ਹੈ। ਗ੍ਰਿਫਤਾਰ ਸਤਬੀਰ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਸੰਦੀਪ ਕਾਲੋਂ ਦੇ ਕਹਿਣ ਤੇ ਸਤਬੀਰ 3 ਲੋਕਾਂ ਨੂੰ ਬਠਿੰਡੇ ਛੱਡਣ ਗਿਆ ਸੀ ਆਪਣੀ ਫੋਰਚੂਨਰ ਦੇ ਵਿੱਚ। ਗ੍ਰਿਫਤਾਰ ਕੀਤੇ ਗਏ ਸਤਬੀਰ ਦਾ ਦਾਅਵਾ ਇਸ ਪੂਰੇ ਮਾਮਲੇ ਵਿੱਚ ਇਹ ਹੈਗਾ। तो मूसेवाला कतलकांड का सियासी कनेक्शन है या नहीं, यह सवाल हुण उठ खड़ा है क्योंकि जिस तरीके इल्जाम लगे ने, इल्जाम ला रहा है परिवार उस शख्स का जिसनों पुलिस ने गिरफ्तार किया है। उन्होंने 3 लोगों को छड्डण दे इल्जाम दे विच, उन्होंने हथियार वाला बैग फाण दे इल्जाम दे विच, जिन्हां ते मूसेवाला दे कतल करन दा शक है, मुलजम ने इस पूरे मामले दे विच। ते उन्हां तिन्हां नूं अपनी फॉर्च्यूनर कार विच छड्डण लई गया सीगा, फॉर्च्यूनर गड्डी विच छड्डण गया सीगा सतबीर। और सतबीर ने सारा कुछ किया संदीप के कहण ते, संदीप कालों के कहण ते सतबीर ने सारा कुछ किया। सो मेरे सहयोगी मनोज राठी ते राजीव शर्मा दोवें मेरे नाल जुड़ रहे ने। मनोज राठी मोहाली दे विच मौजूद ने, राजीव अमृतसर दे विच मौजूद ने। सब तो पहला राजीव तुहाडे कोल आवांगा। सतबीर दे परिवार दा वड्डा इल्जाम है, सीधे तौर ते
ਇੱਕ ਪੋਲੀਟੀਕਲ ਲੀਡਰ ਦੇ ਨਾਲ ਕਨੈਕਸ਼ਨ ਜੁੜਦਾ ਨਜ਼ਰ ਆ ਰਿਹਾ ਇਸ ਪੂਰੇ ਮਾਮਲੇ ਦਾ। जी हाँ बिल्कुल गगन, जो असी ये कहानी जी दिखाई सी क्योंकि लुधियाना पुलिस के जोड़े कमिश्नर ने कौस्तुभ शर्मा उन्होंने प्रेस कॉन्फ्रेंस करके ये दावा किया कि सतबीर की ही फॉर्चूनर जी है बठिंडा के वरती गई सी, जोड़ा बैग हथियारों का उस गड्डी तक पहुँचाया गया सी। तो उसके विचों हालांकि 3 जोड़े उसके साथी ने वो गिरफ्तार दसे जा रहे और 3 साथियों के बारे जो असी कोख करने की कोशिश की तो सतबीर के घर न्यूज़ 18 सब तो पहला पहुंचा। उन्होंने परिवार हालांकि उन्होंने कैमरे के सामने भावें आके बोलने तो इनकार किया, पर यह कहानी जरूर दसी कि संदीप कालो नाम का शख्स जो कि फतेहगढ़ चूड़ियां का रहने वाला और हरगोबिंदपुर के पंचायत अफसर के अहुदे ते तैनात है। तो उसके बारे जो हुण असीं पता किया तो 26 मई तो वो अपनी ड्यूटी तो गैर हाज़र है। हालांकि जोड़े सीनियर अधिकारी ने वो भी जी विभागी कार्रवाई करन वाले पासे उन्होंने वालों भी सरकार को लिख के भेजा गया कि इन्नी लंबी जी गैर हाज़री है उसके खिलाफ कार्रवाई की जाए। तो हुण उसका कनैक्शन की है, संदीप कालों जो है वो सतबीर सिंह के नाल पुराना उसका जानकार सी और जिवें वो घोड़ियां का कारोबार करते सी तो संदीप भी दस्या जा रहा कि घोड़ियां का शौकीन सी। तो उस दिन जो है 19 तरीक का यह वाक़या, तो उसके परिवार के मुताबिक 19 तरीक नूं जो है संदीप कालो ने सतबीर नूं फोन करके कहा कि 3 उसके साथी ने उसके जानकार ने या कौन है। हालांकि उन्होंने कहना कि सतबीर या परिवार उन्होंने 3 बारे नहीं जानता। तो यह गल कही गई सी कि उन्होंने हरीके तक ड्रॉप करना है। तो जो सतबीर है वो अपनी फॉर्चूनर गड्डी दे विच उन्होंने 3 हरीके लैके पहुँचता है। तो जदों हरीके पहुँचते हैं उस तो बाद संदीप कालो वालों ये गल कही जाती कि उन्होंने बठिंडे ड्रॉप कर दिता जाए। तो बठिंडे जदों ड्रॉप किया जाता तो जो पेट्रोल पंप की जी एक CCTV फुटेज भी सामने आई सी तो उस दे आधार पर पुलिस ने कार्रवाई करदे होया गिरफ्तारी की सी। हुण इस दे विच सब तो अहम जिहड़ा एंगल ये है कि संदीप कालो आखिरकार है कौन। तो निर्मल सिंह कालो जो पंजाब के साबका मंत्री रह चुके हैं, अकाली दल के सीनियर लीडर ने और उन्हों का जिहड़ा बेटा है रविकरण कालो वो भी यूथ अकाली दल के विच वड्डे अहुदे ते तैनात रह चुके और बीते जिहड़ा विधान सभा चोणां सी उस दे विच हलका डेरा बाबा नानक तो चोण भी लड़ चुका अकाली दल के उम्मीदवार वजों। तो निर्मल सिंह कालो का यह भतीजा दस्या जा रहा संदीप सिंह कालो। तो उसकी की भूमिका इस दे विच रही है। हालांकि पुलिस भी लाजमी तौर पर जेकर एक कनैक्शन सामने आया तो पुलिस भी चाहती होएगी कि उसके कोलों पुछगिछ की जाए। पर 26 मई तो संदीप सिंह कालो जो है ना तो अपनी ड्यूटी ते जा रहा और ना ही अपने घर दे विच मौजूद है। हालांकि जिहड़े सरकारी उहदे उच्च अधिकारी ने उन्होंने वालों कई बार कोशिश की गई कि उसके परिवार के राही या उसके जिहड़े जानकार ने उन्होंने राही उस तक ये सुनेहा भेजा जाए कि घट्टो घट्ट वो दफ्तर नूं ये सूचना देवे कि आखिरकार उसकी छुट्टी का या उसकी गैर हाज़री का कारण की है। तो उस बारे किसी नूं हाले कोई जानकारी नहीं है। तो जिथों तक अकाली दल का सवाल है तो अकाली दल तो उन्होंने दे नाल भी असीं लगातार संपर्क कर रहे हैं। हालांकि मनोज दे कोल मैं जाना चाहांगा। मनोज, पुलिस के लिए एक होर एंगल जुड़ता नजर आ रहा है। हुण ये पूरा मामला संदीप कालो ये एंगल जिहड़ा जुड़ता नजर आ रहा है और खास गल ये कि संदीप कालो अपनी ड्यूटी तो गैर हाजिर चल रहा है 26 तरीक तो लगातार 26 मई तो बाद लगातार गैर हाजिर है। महकमा कह रहा है कि असीं विभागी कार्रवाई करांगे, पर सतबीर के परिवार का जिहड़ा इल्जाम है कि संदीप के कहण ते ही इन्हां तिन्नां नूं बठिंडा तक छड्डण गया सीगा। सतबीर संदीप के कहण ते गया सीगा ते ये अपने आप विच लिंक की इस पूरे मामले नूं पॉलिटिकल रंग दे रहे। मनोज देखो गगन ये कई चीज़ा हुण जुड़ती नज़र आ रही है क्योंकि सिद्धू मूसेवाले मर्डर च एक स्पैशल इन्वेस्टिगेशन जी टीम बनाई गई है तो लगातार उन्होंने नाल होर भी जी मानसा पुलिस है लोकल होर जी कई जिला की ऑपरेशन सैल डिस्ट्रिक्ट सैल जो लगातार काम कर रहा है। हुण संदीप कालो का इस पूरे मामले च रोल की है, बहुत अहम कड़ी है सतबीर जी CCTV फुटेज आई सी ये भी गल आई सी कि जिहड़ा घोड़ियां का ये व्यापार करने वाला सतबीर सिंह जिहड़ा अरेस्ट होया सीगा, खुद पुलिस अफसरां ने ये प्रेस कॉन्फ्रेंस करके इसकी जानकारी दी सी कि जिहड़ी फॉर्चूनर गड्डी च 3 लोगों को छड्ड के गया, एक बैग भी जिहड़ा हैगा फड़ाया गया, उहदे विच दस्सिया जा रहा है कि किस तरह की चीज़ां है। इहदे विच संदीप कालो का बार बार वेरी स्टार्टिंग तो ही संदीप का नाम जिहड़ा हैगा वो बार बार सामने आ रहा है कि उहदे कहण ते सतबीर ने अपनी फॉर्चूनर गड्डी च 3 लोगों को ड्रॉप किया सीगा। आखिर वो जिहड़े 3 शख्स सीगे, जिहड़े भी 3 अननोन सीगे, वो कौन सी? वो शार्प शूटर सीगे या फिर उन्होंने जिहड़े हथियार प्रोवाइड किए या फिर किसी तरह की कोई लॉजिस्टिक चीज़ां प्रोवाइड की हैं वो संदीप कालो ते कहण ते प्रोवाइड हुई है, क्योंकि बार बार यही कनैक्शन सामने आ रहा है। ते हुण जिद्दां तुसीं भी गल कही कि 26 मई तो बाद अचानक संदीप कालो गायब हो जाता है, वो वांटेड है
ਪੁਲਿਸ ਲਗਾਤਾਰ ਜਿਹੜੀ ਹੈਗੀ ਉਹਦੀ ਭਾਲ ਕਰ ਰਹੀ ਹੈ ਕਿ ਸੰਦੀਪ ਕਾਲੋ ਦਾ ਆਖਿਰ ਇਸ ਪੂਰੇ ਮਾਮਲੇ 'ਚ ਕਨੈਕਸ਼ਨ ਕੀ ਹੈ। ਉਹ ਜਿਹੜੇ ਲੋਕ ਸੀਗੇ ਜਿਹੜੇ ਆਏ ਸੀਗੇ ਜਿਨ੍ਹਾਂ ਨੇ ਸਤਬੀਰ ਨੇ ਜਿਨ੍ਹਾਂ ਨੂੰ ਛੱਡਿਆ, ਕਿਉਂਕਿ ਸਤਬੀਰ ਤੋਂ ਲਗਾਤਾਰ ਪੁੱਛਗਿੱਛ ਹੋ ਰਹੀ ਹੈ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਨਾਲ ਹੋਰ ਵੀ ਜਿਹੜੇ ਵੱਡੇ ਅਫਸਰਸ ਨੇ ਉਹ ਲਗਾਤਾਰ ਪੁੱਛਗਿੱਛ ਕਰ ਰਹੇ, ਕਿਉਂਕਿ ਸਾਡੀ ਵੀ ਲਗਾਤਾਰ ਗੱਲਬਾਤ ਹੋ ਰਹੀ ਹੈ ਅਫਸਰਾਂ ਨਾਲ। ਤੇ ਸਤਬੀਰ ਦਾ ਜਿਹੜਾ ਕਨੈਕਸ਼ਨ ਆ ਰਿਹਾ ਹੁਣ ਸੰਦੀਪ ਕਾਲੋ ਦੇ ਨਾਲ ਆ ਰਿਹਾ ਹੈ ਕਿ ਸੰਦੀਪ ਕਾਲੋ ਦੇ ਕਹਿਣ ਤੇ ਹੀ ਸਤਬੀਰ ਨੇ ਆਪਣੀ ਗੱਡੀ ਤੇ ਬਿਠਾ ਕੇ ਜਿਹੜੇ 3 ਲੋਕ ਨੇ ਉਹਨਾਂ ਨੂੰ ਛੱਡਿਆ। ਤੇ ਬਠਿੰਡਾ ਦਾ ਜਿਹੜੀ ਸੀਸੀਟੀਵੀ ਫੁਟੇਜ ਵੀ ਜਿਹੜੀ ਆਈ ਹੈ ਬਠਿੰਡਾ ਦੇ ਨੇੜੇ ਤੇੜੇ, ਤੇ ਹੁਣ ਸੰਦੀਪ ਕਾਲੋ ਦਾ ਇਹਦੇ ਪੂਰੇ ਮਾਮਲੇ 'ਚ, ਇਸ ਪੂਰੇ ਸਿੱਧੂ ਮੂਸੇਵਾਲੇ ਮਰਡਰ ਮਾਮਲੇ 'ਚ ਆਖਿਰ ਕਨੈਕਸ਼ਨ ਕੀ ਹੈ, ਇਹ ਲਗਾਤਾਰ ਜਿਹੜੀ ਹੈ ਪੁੱਛਗਿੱਛ ਦਾ ਜ਼ਰੂਰ ਇਨਵੈਸਟੀਗੇਸ਼ਨ ਦਾ ਪਾਰਟ ਹੈ। ਲੇਕਿਨ ਇੱਕ ਹੋਰ ਗੱਲ ਸਾਹਮਣੇ ਹੈ ਕਿ ਆਖਿਰ 26 ਮਈ ਤੋਂ ਬਾਅਦ ਸੰਦੀਪ ਕਾਲੋ ਕਿੱਥੇ ਗਾਇਬ ਹੋ ਜਾਂਦਾ ਹੈ, ਕਿੱਥੇ ਗਿਆ? ਕਿਉਂਕਿ ਇਸ ਪੂਰੇ ਮਾਮਲੇ 'ਚ ਕਈ ਲੋਕਾਂ ਦੇ ਖਿਲਾਫ ਮਾਮਲੇ ਦਰਜ ਹੋਏ ਜਿਨ੍ਹਾਂ ਨੇ ਲੌਜਿਸਟਿਕ ਚੀਜ਼ਾਂ ਪ੍ਰੋਵਾਈਡ ਕਰੀ, ਚਾਹੇ ਉਹ ਮਨਪ੍ਰੀਤ ਭਾਊ ਹੋਵੇ, ਕੇਕੜਾ ਹੋਵੇ, ਪ੍ਰਭਦੀਪ ਸਿੰਘ ਪੱਬੀ ਹੋਵੇ, ਪਵਨ ਬਿਸ਼ਨੋਈ ਹੋਵੇ, ਨਸੀਬ ਹੋਵੇ, ਜਿਨ੍ਹਾਂ ਨੇ ਬਲੈਰੋ ਗੱਡੀਆਂ ਜਿਹੜੀ ਪ੍ਰੋਵਾਈਡ ਕੀਤੀ, ਕਰੋਲਾ ਗੱਡੀ ਜਿਹੜੀ ਪ੍ਰੋਵਾਈਡ ਕੀਤੀ। ਉਸ ਤੋਂ ਬਾਅਦ ਹੁਣ ਤੱਕ ਅੱਜ 40 ਦਿਨ ਹੋ ਚੱਲੇ ਨੇ, 40 ਦਿਨ ਕਰੀਬ ਹੋ ਚੱਲੇ ਨੇ ਸਿੱਧੂ ਮੂਸੇਵਾਲੇ ਮਰਡਰ ਨੂੰ ਲੈ ਕੇ, ਲੇਕਿਨ ਹਜੇ ਤੱਕ ਜਿਹੜੇ ਹਥਿਆਰ ਨੇ ਜਾਂ ਫਿਰ ਮਨੂ ਖੁੱਸਾ ਜਿਹੜਾ ਮੇਨ ਹਮਲਾਵਰ ਜਿਹਨੇ ਸਭ ਤੋਂ ਪਹਿਲਾਂ ਗੋਲੀ ਚਲਾਈ ਸੀ, ਜਿਹਦੇ ਸਭ ਤੋਂ ਪਹਿਲਾਂ ਫਾਇਰਿੰਗ ਕੀਤੀ ਸੀ ਸਿੱਧੂ ਮੂਸੇਵਾਲੇ ਤੇ, ਉਹ ਹਜੇ ਤੱਕ ਫਰਾਰ ਦੱਸਿਆ ਜਾ ਰਿਹਾ। ਉਹਦਾ ਜਿਹੜਾ ਸਾਥੀ ਹੈ ਜਗਰੂਪ ਰੂਪਾ ਔਰ ਦੀਪਕ ਜਿਹੜਾ ਹੋਰ ਦੂਜਾ ਮੁੰਡਾ ਹੈਗਾ ਦੀਪਕ ਤੇ ਮਨੂ ਖੁੱਸਾ ਤੇ ਜਗਰੂਪ ਰੂਪਾ, ਇਹ ਤਿੰਨੋਂ ਹਜੇ ਤੱਕ ਫਰਾਰ ਦੱਸੇ ਜਾ ਰਹੇ ਨੇ ਤੇ ਉਹ ਹਥਿਆਰ ਵੀ ਹਜੇ ਤੱਕ ਬਰਾਮਦ ਨਹੀਂ ਹੋਏ, ਰਿਕਵਰ ਨਹੀਂ ਹੋਏ, ਜਿਨ੍ਹਾਂ ਹਥਿਆਰਾਂ ਤੇ ਸਿੱਧੂ ਮੂਸੇਵਾਲੇ ਤੇ ਗੋਲੀਆਂ ਚੱਲੀਆਂ। ਕਿਉਂਕਿ ਪ੍ਰਿਯਵਤ ਫੌਜੀ ਦਾ ਅਰੈਸਟ ਹੋਇਆ ਤੇ ਉਹਨੇ ਕਈ ਜਿਹੜੇ ਰਾਜ਼ ਹੈ, ਉਹ ਕਈ ਜਿਹੜੀ ਚੀਜ਼ਾਂ ਹੈ ਉਹਨੇ ਦੱਸੀ ਕਿ ਸਾਨੂੰ ਕਿਹੜੇ ਲੋਕਾਂ ਨੇ ਕਿਹੜੀ ਥਾਂ ਤੇ ਉਹਨਾਂ ਨੇ ਸਾਨੂੰ ਚੀਜ਼ਾਂ ਜਿਹੜੀ ਹੈਗੀ ਪ੍ਰੋਵਾਈਡ ਕਰਾਈ ਹੈ। ਕਿਉਂਕਿ ਪ੍ਰਿਯਵਤ ਫੌਜੀ, ਅੰਕਿਤ ਸਿਰਸਾ, ਸਚਿਨ ਚੌਧਰੀ, ਇਹਨਾਂ ਨੂੰ ਜਦ ਅਰੈਸਟ ਹੋਏ ਤਾਂ ਇਹਨਾਂ ਨੇ ਕਈ ਵੱਡੇ ਖੁਲਾਸੇ ਕੀਤੇ ਕਿ ਸਾਨੂੰ ਕਈ ਸਪੋਰਟ ਜਿਹੜੀ ਹੈ ਉਹ ਮਿਲੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਈ ਚੀਜ਼ਾਂ ਜਿਹੜੀਆਂ ਉਹ ਲੌਜਿਸਟਿਕ ਸਾਨੂੰ ਪ੍ਰੋਵਾਈਡ ਕੀਤੀ ਗਈ, ਖਾਣ ਨੂੰ ਲੈ ਕੇ, ਪੀਣ ਨੂੰ ਲੈ ਕੇ, ਹੋਟਲ 'ਚ ਜਿਹੜਾ ਸਟੇ ਕੀਤਾ ਗਿਆ ਉੱਥੇ। ਉਸ ਤੋਂ ਬਾਅਦ ਗੱਡੀ ਜਿਹੜੀ ਹੈ ਪ੍ਰੋਵਾਈਡ ਕੀਤੀ, ਕਿਉਂਕਿ ਇੱਕ ਹੋਰ ਗੱਡੀ ਦਾ ਨਾਂ ਸਾਹਮਣੇ ਆ ਰਿਹਾ ਹੈ ਕਿ ਬਲੈਰੋ ਗੱਡੀ ਛੱਡ ਕੇ ਇੱਕ ਹੋਰ ਗੱਡੀ ਉਹਨਾਂ ਨੂੰ ਜਿਹੜੀ ਹੈਗੀ ਉਹ ਮਿਲੀ ਸੀਗੀ, ਜਿਹਦੇ ਵਿੱਚ ਫਰਾਰ ਹੋ ਕੇ ਉਹ ਅੱਗੇ ਭੱਜੇ ਸੀ। ਤੇ ਹੁਣ ਸਤਬੀਰ ਦਾ ਜਿਹੜਾ ਕਨੈਕਸ਼ਨ ਸਾਹਮਣੇ ਆਇਆ, ਸਤਬੀਰ ਨੂੰ ਜਦ ਅਰੈਸਟ ਕੀਤਾ, ਜਦ ਫੋਰਚੂਨਰ ਗੱਡੀ ਦੀ ਜਿਹੜੀ ਸੀਸੀਟੀਵੀ ਫੁਟੇਜ ਆਈ ਹੈ, ਇਹਦੇ ਵਿੱਚ ਹੁਣ ਸੰਦੀਪ ਕਾਲੋ ਇੱਕ ਬਹੁਤ ਅਹਿਮ ਕੜੀ ਹੋ ਜਾਂਦੀ ਹੈ ਕਿ ਆਖਿਰ ਉਹਦੇ ਕਹਿਣ ਤੇ ਸਤਬੀਰ ਨੇ ਸਾਰਾ ਕੁਝ ਕੀਤਾ ਸੀ। ਉਹਦੇ ਕਹਿਣ ਤੇ ਜਿਹੜੀ ਸੰਦੀਪ ਕਾਲੋ ਗੈਰ ਹਾਜ਼ਰ ਹੈ ਆਪਣੀ ਡਿਊਟੀ ਤੋਂ 26 ਤਰੀਕ ਤੋਂ ਬਾਅਦ ਲਗਾਤਾਰ। ਕੀ ਪਰਿਵਾਰ ਵੱਲੋਂ, ਕੀ ਨਿਰਮਲ ਸਿੰਘ ਕਾਲੋਂ ਦੇ ਪਰਿਵਾਰ ਵੱਲੋਂ ਕੋਈ ਰਿਐਕਸ਼ਨ ਦਿੱਤਾ ਗਿਆ? ਔਰ ਦੂਜੀ ਗੱਲ, ਸਤਬੀਰ ਦਾ ਪਰਿਵਾਰ ਜਿਹੜਾ ਪਹਿਲਾਂ ਮੀਡੀਆ ਦੇ ਸਾਹਮਣੇ ਨਹੀਂ ਸੀ ਆ ਰਿਹਾ, ਉਹ ਹੁਣੇ ਬਿਆਨ ਦੇ ਰਿਹਾ ਹੈ ਤਾਂ ਕਿ ਉਹ ਮੀਡੀਆ ਦੇ ਸਾਹਮਣੇ ਆ ਕੇ ਬਿਆਨ ਦੇ ਰਿਹਾ ਹੈ, ਕਿਸ ਤਰੀਕੇ ਉਹ ਇਹ ਗੱਲ ਰੱਖ ਰਹੇ ਨੇ? ਜੀ ਦੇਖੋ, ਜਦੋਂ ਅਸੀਂ ਉਹਨਾਂ ਦੇ ਘਰ ਪਹੁੰਚੇ ਸੀ ਤਾਂ ਉਸਦੇ ਪਿਤਾ ਦੇ ਨਾਲ ਗੱਲਬਾਤ ਹੋਈ, ਉਹਦੇ ਜਿਹੜੇ ਭਰਾ ਸੀ ਉਹਨਾਂ ਦੇ ਨਾਲ ਗੱਲਬਾਤ ਹੋਈ ਤਾਂ ਉਹ ਡਰੇ ਹੋਏ ਸੀ। ਹਾਲਾਂਕਿ ਪੁਲਿਸ ਦੀ ਜਾਂਚ ਦੇ ਵਿੱਚ ਸਪਸ਼ਟ ਹੋਏਗਾ ਕਿ ਸਤਬੀਰ ਇਸ ਦੇ ਵਿੱਚ ਕਿੰਨਾ ਕੁ ਗੁਨਾਹਗਾਰ ਹੈ, ਕਿੰਨਾ ਕੁ ਜ਼ਿੰਮੇਵਾਰ ਹੈ, ਪਰ ਅਸੀਂ ਇਹ ਜਾਣਨ ਦੇ ਲਈ ਪਹੁੰਚੇ ਸੀ ਕਿ ਆਖਿਰਕਾਰ ਉਹ ਇੱਥੋਂ ਤੱਕ ਪਹੁੰਚਿਆ ਕਿਸ ਤਰ੍ਹਾਂ, ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਆਖਿਰਕਾਰ ਸਤਬੀਰ ਦਾ ਕੀ ਲਿੰਕ ਹੈ। ਤਾਂ ਪਰਿਵਾਰ ਨੇ ਇਹ ਕਿਹਾ ਸੀ ਕਿ ਅਸੀਂ ਕੈਮਰੇ ਤੋਂ ਬਿਨਾਂ ਸਾਰੀ ਕਹਾਣੀ ਜਿਹੜੀ ਉਹ ਤੁਹਾਨੂੰ ਦੱਸਣ ਦੇ ਲਈ ਤਿਆਰ ਹੈ, ਪਰ ਕੈਮਰੇ ਦੇ ਅੱਗੇ ਨਹੀਂ ਬੋਲਾਂਗੇ। ਹਾਲਾਂਕਿ ਪਿੰਡ ਵਾਲਿਆਂ ਦੇ ਨਾਲ ਅਸੀਂ ਜ਼ਰੂਰ ਗੱਲਬਾਤ ਕੀਤੀ ਸੀ ਤਾਂ ਜੋ ਉਸਦੇ ਪਿਤਾ ਦੇ ਮੁਤਾਬਕ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਸੰਦੀਪ ਕਾਲੋਂ ਦੇ ਨਾਲ ਜੋ ਹੈ ਉਹ ਪੁਰਾਣਾ ਉਹਨਾਂ ਦਾ ਲਿੰਕ ਸੀ। ਤਾਂ ਇੱਥੇ ਇੱਕ ਇਹ ਵੀ ਗੱਲ ਸ਼ੇਅਰ ਕੀਤੀ ਗਈ ਕਿ ਜਦੋਂ ਸਤਬੀਰ ਦਾ ਵਿਆਹ ਹੋਇਆ ਸੀ ਤਾਂ ਜੋ ਸੰਦੀਪ ਕਾਲੋਂ ਹੈ ਉਸਦੀ ਗੱਡੀ ਘੱਟੋ ਘੱਟ 1 ਮਹੀਨਾ ਇਸ ਪਰਿਵਾਰ ਨੇ ਵਰਤੀ ਸੀ। ਤਾਂ ਇਸੇ ਕਰਕੇ ਜਦੋਂ ਸੰਦੀਪ ਨੇ ਕਿਹਾ ਕਿ ਉਸਦੀ ਗੱਡੀ ਦੀ ਜ਼ਰੂਰਤ ਹੈ ਤਾਂ ਪਰਿਵਾਰ ਨੇ ਸੋਚਿਆ ਕਿ ਅਸੀਂ ਉਹਨਾਂ ਦੇ ਨਾਲ ਇਸ ਤਰੀਕੇ ਦੇ ਜਿਹੜੇ ਰਿਸ਼ਤੇ ਨੇ, ਰਿਲੇਸ਼ਨ ਨੇ ਤਾਂ ਨਾ ਨਹੀਂ ਕਰ ਸਕੇ। ਹਾਲਾਂਕਿ ਜਾਂਚ ਤੋਂ ਬਾਅਦ ਸਪਸ਼ਟ ਹੋਏਗਾ ਕਿ ਉਹਦੇ ਪਰਿਵਾਰ ਦੇ ਜਿਹੜੇ ਦਾਅਵੇ ਨੇ ਜਾਂ ਉਹਨਾਂ ਦੇ ਪਰਿਵਾਰ ਦਾ ਜਿਹੜੇ ਤਰਕ ਨੇ ਉਹ ਕਿੰਨੇ ਸਹੀ ਨੇ। ਪਰ ਕਹਾਣੀ ਇਹ ਜੁੜਦੀ ਹੈ ਕਿ ਸੰਦੀਪ ਕਾਲੋਂ ਉਸ ਨੂੰ ਫੋਨ ਕਰਕੇ ਇਹ ਗੱਲ ਕਹਿੰਦਾ ਕਿ 3 ਮੇਰੇ ਦੋਸਤ ਨੇ ਜਾਂ ਮੇਰੇ ਰਿਸ਼ਤੇਦਾਰ ਨੇ, ਉਹਨਾਂ ਨੂੰ ਹਰੀਕੇ ਤੱਕ ਛੱਡਣਾ ਹੈ। ਤਾਂ ਆਪਣੀ ਫੋਰਚੂਨਰ ਗੱਡੀ ਤੇ ਉਹ ਨਿਕਲਦਾ ਹੈ। ਇਹ ਪੁਲਿਸ ਦੇ ਵੱਲੋਂ ਵੀ ਇਹੀ ਗੱਲ ਕਹੀ ਗਈ ਹੈ ਕਿ ਬਠਿੰਡਾ ਦੇ ਵਿੱਚ ਇੱਕ ਸ਼ਖਸ ਫੋਰਚੂਨਰ ਗੱਡੀ ਦੇ ਵਿੱਚ ਇੱਕ ਬੈਗ ਰੱਖਣ ਦੇ ਲਈ ਆਇਆ ਸੀ ਔਰ ਹਾਲੇ ਪੁਲਿਸ ਨੇ ਜਿਹੜੀ ਅਗਲੀ ਕੜੀ ਹੈ ਉਹ ਹਾਲੇ ਜੁੜਨੀ ਹੈ ਇਸ ਦੇ ਨਾਲ, ਕਿਉਂਕਿ 3 ਸਾਥੀ ਜਿਨ੍ਹਾਂ ਦੇ ਨਾਮ ਦੱਸੇ ਜਾ ਰਹੇ ਸੀ, 3 ਨਾਮ ਹੋਰ ਨੇ ਜਿਨ੍ਹਾਂ ਨੂੰ ਇਹ ਗੱਲ ਕਹੀ ਜਾ ਰਹੀ ਸੀ ਜੋ ਕਿ ਮਾਝੇ ਦੇ ਨਾਲ ਹੀ ਸੰਬੰਧ ਰੱਖਦੇ ਨੇ ਔਰ ਉਹ ਹਾਲੇ ਫਰਾਰ ਨੇ। ਉਹ ਉਦੋਂ ਉਸ ਗੱਡੀ ਦੇ ਵਿੱਚੋਂ ਫਰਾਰ ਹੋ ਗਏ ਔਰ ਜਿਹੜਾ ਸਤਬੀਰ ਸਿੰਘ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹ ਲੁਧਿਆਣਾ ਪੁਲਿਸ ਦਾ ਦਾਅਵਾ ਹੈ। ਦੂਸਰੇ ਪਾਸੇ ਜੋ ਸੰਦੀਪ ਕਾਲੋਂ ਹੈ ਤਾਂ ਉਹ ਸਰਕਾਰੀ ਅਧਿਕਾਰੀ ਵੀ ਹੈ। ਦੂਸਰੇ ਪਾਸੇ ਜੋ ਰਵੀਕਰਨ ਕਾਲੋਂ ਦੀ ਇਲੈਕਸ਼ਨ ਸੀ ਉਸ ਦੇ ਵਿੱਚ ਉਹਨਾਂ ਦੇ ਲਈ ਚੋਣ ਪ੍ਰਚਾਰ ਵੀ ਕਰਦਾ ਰਿਹਾ, ਕਿਉਂਕਿ ਨਿਰਮਲ ਕਾਲੋਂ ਜੋ ਕਿ ਸਾਬਕਾ ਮੰਤਰੀ ਨੇ ਉਹਨਾਂ ਦਾ ਉਹ ਭਤੀਜਾ ਦੱਸਿਆ ਜਾ ਰਿਹਾ। ਹਾਲਾਂਕਿ ਅਸੀਂ ਸੰਪਰਕ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਨਿਰਮਲ ਸਿੰਘ ਕਾਲੋਂ ਜਾਂ ਉਹਨਾਂ ਦੇ ਜਿਹੜੇ ਬੇਟੇ, ਕਿਉਂਕਿ ਸਿਆਸਤ ਦੇ ਵਿੱਚ ਸਰਗਰਮ ਨੇ, ਪਰ ਫਿਲਹਾਲ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਜਾਂ ਫਿਰ ਅਸੀਂ ਜਦੋਂ ਫੋਨ ਕਰਦੇ ਹਾਂ ਤਾਂ ਉਹ ਫੋਨ
ਪਿਕ ਨਹੀਂ ਕਰਦੇ। ਦੂਸਰੇ ਪਾਸੇ ਜਿੱਥੋਂ ਤੱਕ ਸੰਦੀਪ ਕਾਲੋਂ ਜਾਂ ਉਸ ਦੇ ਪਰਿਵਾਰ ਦੀ ਗੱਲ ਹੈ ਤਾਂ ਫਤਿਹਗੜ੍ਹ ਚੂੜੀਆਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਜਿਹੜੇ ਘਰ ਹੈ ਉੱਥੇ ਵੀ ਕੋਈ ਮੌਜੂਦ ਨਹੀਂ ਹੈ। ਇਸੇ ਕਰਕੇ ਜਿਹੜੇ ਸਰਕਾਰੀ ਅਧਿਕਾਰੀ ਵੀ ਨੇ ਉਹਨਾਂ ਨੂੰ ਇਸ ਦੇ ਵਿੱਚ ਮੁਸ਼ਕਲ ਹੋ ਰਹੀ ਹੈ ਕਿ ਆਖਿਰਕਾਰ ਉਸ ਤੱਕ ਜਿਹੜਾ ਮੈਸੇਜ ਹੈ ਜਾਂ ਜਿਹੜਾ ਸਰਕਾਰੀ ਆਦੇਸ਼ ਹੈ ਜਾਂ ਜੋ ਵੀ ਹੁਕਮ ਨੇ ਬਿਲकुल राजीव, बहुत बहुत शुक्रिया राजीव, बहुत बहुत शुक्रिया मनोज इस तमाम गलबात दे लई। मनोज राठी ते राजीव शर्मा मेरे सहयोगी ਜਿਹੜੇ ਦੋਵੇਂ ਅਪਡੇਟ ਦੇ ਰਹੇ ਨੇ ਲਗਾਤਾਰ ਜਿਹੜਾ ਹੈਗਾ ਉਹ ਗੱਲਬਾਤ ਕਰ ਰਹੇ ਸੀਗੇ। ਸਤਬੀਰ ਦੇ ਪਰਿਵਾਰ ਦਾ ਜਿਹੜਾ ਵੱਡਾ ਦਾਵਾ ਹੈਗਾ ਇਸ ਸਭ ਦੇ ਵਿਚਾਲੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਸੀਂ ਨਿਰਮਲ ਸਿੰਘ ਕਾਲੋਂ ਦੇ ਪਰਿਵਾਰ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਰਵੀ ਕਾਲੋਂ ਜਿਹੜੇ ਉਹਨਾਂ ਦੇ ਬੇਟੇ ਨੇ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਸੀ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਨੇ, ਪਰ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਦੀ ਤਬੀਅਤ ਜਿਹੜੀ ਹੈਗੀ ਹੈ ਉਹ ਨਾਸਾਜ਼ ਹੈ, ਇਸ ਕਰਕੇ ਉਹ ਫਿਲਹਾਲ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਨੇ। ਕਿਉਂਕਿ ਅਸੀਂ ਇਹ ਵੀ ਜਾਣਨਾ ਚਾਹੁੰਦੇ ਹਾਂ ਕਿ ਕਾਲੋਂ ਪਰਿਵਾਰ ਜਿਹੜਾ ਹੈਗਾ ਉਹਨਾਂ ਦਾ ਕੀ ਕਹਿਣਾ ਇਸ ਪੂਰੇ ਮਾਮਲੇ ਨੂੰ ਲੈ ਕੇ। ਸੰਦੀਪ ਕਾਲੋਂ ਦਾ ਨਾਂ ਜਦੋਂ ਸਾਹਮਣੇ ਆਇਆ ਤਾਂ ਉਹਨਾਂ ਦੇ ਪਰਿਵਾਰ ਦਾ ਕੀ ਰਿਐਕਸ਼ਨ ਹੈਗਾ, ਉਹ ਕੀ ਕਹਿੰਦੇ ਨੇ, ਇਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਦੀ ਘੜੀ ਪਰਿਵਾਰ ਆ ਨਹੀਂ ਰਿਹਾ ਸਾਹਮਣੇ। ਰਵੀ ਕਾਲੋਂ ਨੇ ਇਹ ਕਿਹਾ ਕਿ ਉਹਨਾਂ ਦੇ ਪਿਤਾ ਦੀ ਤਬੀਅਤ ਨਾਸਾਜ਼ ਹੈ, ਇਸ ਕਰਕੇ ਉਹ ਫਿਲਹਾਲ ਗੱਲ ਨਹੀਂ ਕਰ ਸਕਦੇ। ਉਧਰ ਕਰਪਸ਼ਨ ਦੇ ਵਿੱਚ ਗ੍ਰਿਫਤਾਰ ਆਈਐਫਐਸ ਅਧਿਕਾਰੀ ਵਿਸ਼ਾਲ ਚੌਹਾਨ ਤੋਂ ਵੱਡੇ ਖੁਲਾਸੇ ਹੋਏ ਨੇ। ਵਿਜੀਲੈਂਸ ਦੀ ਪੁੱਛਗਿੱਛ ਦੇ ਵਿੱਚ ਕਈ ਅਹਿਮ ਖੁਲਾਸੇ ਹੋਏ ਨੇ। ਵਿਸ਼ਾਲ ਚੌਹਾਨ ਇੱਕ ਬੂਟੇ ਦੇ 100 ਰੁਪਏ ਲੈਂਦਾ ਸੀ। ਰਿਸ਼ਵਤ ਦਾ ਮਾਮਲਾ ਜਿਹੜਾ ਹੈਗਾ ਸ਼ਿਵਾਲਿਕ ਹਿਲਸ ਦੇ ਵਿੱਚ ਕਈ ਹਜ਼ਾਰ ਬੂਟੇ ਜਿਹੜੇ ਹੈਗੇ ਉਹ ਲਾਏ ਗਏ ਨੇ ਔਰ ਵਿਸ਼ਾਲ ਚੌਹਾਨ ਕਰਪਸ਼ਨ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਬੂਟੇ ਤੇ ਰਿਸ਼ਵਤ ਖਾਧੀ ਹੈ ਵਿਸ਼ਾਲ ਚੌਹਾਨ ਨੇ। ਇੱਕ ਬੂਟੇ ਤੇ 100 ਰੁਪਏ ਲੈਂਦਾ ਸੀਗਾ ਵਿਸ਼ਾਲ ਚੌਹਾਨ। ਸ਼ਿਵਾਲਿਕ ਹਿਲਸ ਦੇ ਵਿੱਚ ਲਾਏ ਗਏ ਹਰ ਬੂਟੇ ਦੀ ਰਿਸ਼ਵਤ ਫਿਕਸ ਸੀ। ਹਰ ਮਹੀਨੇ ਜਿਹੜਾ ਹੈਗਾ ਇੱਕ ਮਹੀਨੇ ਦੇ ਵਿੱਚ 30 ਤੋਂ 40 ਲੱਖ ਰੁਪਏ ਰਿਸ਼ਵਤ ਲੈਂਦਾ ਸੀ ਵਿਸ਼ਾਲ ਚੌਹਾਨ। ਭਾਰਤ ਸਰਕਾਰ ਦੀ ਸਕੀਮ ਦੇ ਵਿੱਚ ਵੀ ਕਮਿਸ਼ਨ ਲਿਆ। ਆਈਟੀ ਸਿਟੀ ਦੇ ਵਿੱਚ 16 ਮਰਲੇ ਜ਼ਮੀਨ ਵਿੱਚ ਹਵੇਲੀ ਤਿਆਰ ਕਰਾ ਰਿਹਾ ਸੀਗਾ ਆਈਐਫਐਸ ਵਿਸ਼ਾਲ ਚੌਹਾਨ। ਆਈਐਫਐਸ ਵਿਸ਼ਾਲ ਚੌਹਾਨ ਨੂੰ ਵਿਜੀਲੈਂਸ ਨੇ ਪਹਿਲਾਂ ਤੋਂ ਗ੍ਰਿਫਤਾਰ ਕੀਤੇ ਗਏ ਡੀਐਫਓ ਤੇ ਠੇਕੇਦਾਰ ਦੇ ਬਿਆਨਾਂ ਦੇ ਆਧਾਰ ਤੇ ਕਾਬੂ ਕੀਤਾ ਹੈ। ਵਿਸ਼ਾਲ ਚੌਹਾਨ ਤੇ 1 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦਾ ਇਲਜ਼ਾਮ ਹੈ। ਕਿਸ ਤਰੀਕੇ ਪੂਰੇ ਨੈਕਸਸ ਨੂੰ ਚਲਾ ਰਿਹਾ ਸੀ, ਇੱਕ ਬੂਟੇ ਦੇ ਲਈ 100 ਰੁਪਏ ਰਿਸ਼ਵਤ ਲਈ ਜਾਂਦੀ ਸੀ ਔਰ ਰਿਸ਼ਵਤ ਜਿਹੜੀ ਹੈਗੀ ਹੈ ਹਰ ਮਹੀਨੇ ਤਕਰੀਬਨ 30 ਤੋਂ 40 ਲੱਖ ਰਿਸ਼ਵਤ ਸੀਗੀ। ਤੇ ਆਈਐਫਐਸ ਨੇ ਮੋਟੀ ਰਿਸ਼ਵਤ ਜਿਹੜੀ ਮੰਗੀ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿਸ ਤਰੀਕੇ ਮੰਗਦਾ ਸੀ। ਪਹਿਲਾਂ 1 ਕਰੋੜ ਰਿਸ਼ਵਤ ਜਿਹੜੀ ਹੈਗੀ ਉਹ ਮੰਗੀ ਆਈਐਫਐਸ ਨੇ। ਆਈਐਫਐਸ ਅਧਿਕਾਰੀ ਸੀਗਾ ਇੰਡੀਅਨ ਫੋਰੈਸਟ ਸਰਵਿਸਿਜ਼ ਇਸ ਨੂੰ ਕਿਹਾ ਜਾਂਦਾ ਹੈ। ਤੇ ਫਿਰ ਹਰ ਮਹੀਨੇ 10 ਲੱਖ ਰੁਪਏ ਜਿਹੜਾ ਹੈਗਾ ਤੈਅ ਕੀਤੇ ਗਏ, ਫਿਕਸ ਕੀਤੇ ਗਏ। ਔਰ ਕਿਸ ਤਰੀਕੇ ਫਿਕਸ ਕੀਤੇ ਗਏ ਇਹ ਵੀ ਅਸੀਂ ਤੁਹਾਨੂੰ ਦੱਸ ਰਹੇ ਹਾਂ। ਹਰੇਕ ਸੌਦੇ ਚੋਂ 5 ਲੱਖ ਦਾ ਹਿੱਸਾ ਜਿਹੜਾ ਹੈਗਾ ਮੰਗਿਆ ਗਿਆ। ਇਲਜ਼ਾਮ ਲੱਗੇ ਹੋਏ ਨੇ, ਸਾਰੇ ਇਲਜ਼ਾਮ ਨੇ। ਇਹਨਾਂ ਇਲਜ਼ਾਮਾਂ ਦੀ ਹੁਣ ਜਾਂਚ ਹੋਵੇਗੀ, ਗ੍ਰਿਫਤਾਰੀ ਹੋਈ ਹੈ, ਪੁੱਛਗਿੱਛ ਹੋਵੇਗੀ, ਜਾਂਚ ਹੋਵੇਗੀ। ਪਹਿਲਾਂ 1 ਕਰੋੜ ਦੀ ਰਿਸ਼ਵਤ ਮੰਗਣ ਦਾ ਇਲਜ਼ਾਮ ਜਿਹੜਾ ਹੈਗਾ ਉਹ ਲੱਗਿਆ ਹੋਇਆ ਹੈ ਔਰ ਉਸ ਤੋਂ ਬਾਅਦ ਹਰ ਮਹੀਨੇ ਜਿਹੜਾ ਹੈਗਾ 10 ਲੱਖ ਰੁਪਏ ਜਿਹੜਾ ਹੈਗਾ ਰਿਸ਼ਵਤ ਮੰਗੀ ਗਈ, ਇਹ ਇਲਜ਼ਾਮ ਲੱਗਿਆ। 24 ਅਪ੍ਰੈਲ ਨੂੰ ਰੇਂਜ ਅਫਸਰ ਨੇ ਥਾਣਾ ਨਇਆ ਗਾਉਂ ਦੇ ਵਿੱਚ ਸ਼ਿਕਾਇਤ ਜਿਹੜੀ ਹੈਗੀ ਉਹ ਦਿੱਤੀ ਸੀ। ਆਈਐਫਐਸ ਤੇ ਸ਼ਿਕੰਜਾ ਕਿਵੇਂ ਕੱਸਿਆ ਤੇ ਦਵਿੰਦਰ ਦੇ ਪਿਤਾ ਕਰਨਲ ਬਲਜੀਤ ਸੰਧੂ ਤੇ ਉਸ ਦੇ ਕਰਮਚਾਰੀ ਦੇ ਖਿਲਾਫ ਸ਼ਿਕਾਇਤ ਜਿਹੜੀ ਹੈਗੀ ਉਹ ਦਿੱਤੀ ਗਈ ਸੀ ਤੇ ਜੰਗਲੀ ਰੁੱਖਾਂ ਬੂਟਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਸ਼ਿਕਾਇਤ ਦਿੱਤੀ ਗਈ ਸੀ। ਉਸ ਤੋਂ ਬਾਅਦ ਇਹ ਪੂਰਾ ਮਾਮਲਾ ਹੌਲੀ-ਹੌਲੀ ਜਦੋਂ ਇਸ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਸਾਹਮਣੇ ਆਇਆ ਕਿ 24 ਅਪ੍ਰੈਲ ਨੂੰ ਜਿਹੜੀ ਦਵਿੰਦਰ ਸੰਧੂ ਦੀ ਰਣਜੋਧ ਅਤੇ ਵਨ ਪਟਵਾਰੀ ਦੇ ਨਾਲ ਮੁਲਾਕਾਤ ਹੋਈ। ਇਹ ਗੱਲ ਵੀ ਨਿਕਲ ਕੇ ਜਿਹੜਾ ਹੈਗਾ ਇਸ ਪੂਰੇ ਮਾਮਲੇ ਵਿੱਚ ਸਾਹਮਣੇ ਆਈ। ਕੜੀਆਂ ਜੁੜੀਆਂ ਦੋਹਾਂ ਨੇ ਦੱਸਿਆ ਕਿ ਆਈਐਫਐਸ ਵਿਸ਼ਾਲ ਚੌਹਾਨ ਅਤੇ ਡੀਐਫਓ ਦੇ ਕਹਿਣ ਤੇ ਸ਼ਿਕਾਇਤ ਹੋਈ ਹੈ। ਸੋ ਇਹ ਤੱਥ ਨੇ ਤੇ ਮਾਮਲਾ ਆਪਸ ਦੇ ਵਿੱਚ ਜਿਹੜਾ ਹੈਗਾ ਹੱਲ ਕਰਨ ਦੀ ਥਾਂ ਤੇ ਜਿਹੜਾ ਹੈਗਾ ਹੱਲ ਕਰਨ ਜਾਂ ਫਿਰ ਐਫਆਈਆਰ ਦੇ ਵੱਲ ਜਾਣ ਦੀ ਜਿਹੜਾ ਹੈਗਾ ਇੱਕ ਉਹਨਾਂ ਨੂੰ ਚੁਣੌਤੀ ਦਿੱਤੀ ਗਈ। ਐਫਆਈਆਰ ਕਰਵਾਏ ਜਾਣ ਦੀ ਗੱਲ ਕਹੀ ਗਈ। 30 ਅਪ੍ਰੈਲ ਨੂੰ ਡੀਐਫਓ ਤੇ ਠੇਕੇਦਾਰ ਦਵਿੰਦਰ ਸੰਧੂ ਨੂੰ ਮਿਲੇ ਤੇ ਰਣਜੋਧ ਵੱਲੋਂ ਕਰਵਾਈ ਗਈ ਸ਼ਿਕਾਇਤ ਨੂੰ ਲੈ ਕੇ 1.5 ਘੰਟਾ ਗੱਲਬਾਤ ਹੋਈ। ਦਵਿੰਦਰ ਸੰਧੂ ਨੇ ਸਾਰੀ ਗੱਲਬਾਤ ਦੀ ਵੀਡੀਓ ਰਿਕਾਰਡਿੰਗ ਕੀਤੀ। ਠੇਕੇਦਾਰ ਦੇ ਕਹਿਣ ਤੇ ਡੀਐਫਓ ਨੂੰ 2 ਲੱਖ ਰੁਪਏ ਦਿੱਤੇ ਤੇ ਡੀਐਫਓ ਨੇ ਆਈਐਫਐਸ ਦੇ ਨਾਲ ਗੱਲ ਕਰਕੇ ਬਾਕੀ ਪੈਸਿਆਂ ਦੇ ਬਾਰੇ ਦੱਸਣ ਦੀ ਗੱਲ ਕਹੀ। ਕੁਝ ਦਿਨਾਂ ਬਾਅਦ ਠੇਕੇਦਾਰ ਨੇ ਦੱਸਿਆ ਕਿ ਡੀਐਫਓ ਦੀ ਵਿਸ਼ਾਲ ਚੌਹਾਨ ਦੇ ਨਾਲ ਗੱਲ ਹੋਈ, ਪ੍ਰੋਜੈਕਟ ਸ਼ੁਰੂ ਕਰਨ ਦੇ ਲਈ 1 ਕਰੋੜ ਦੀ ਰਿਸ਼ਵਤ ਮੰਗੀ ਹੈ। ਇਸ ਤੋਂ ਇਲਾਵਾ 10 ਲੱਖ ਰੁਪਏ ਫੀ ਮਹੀਨੇ ਦੇ ਵੀ ਮੰਗ ਹੈ। ਜੋ ਵੀ ਜ਼ਮੀਨ ਵਿਕੇਗੀ ਉਸ ਵਿੱਚ 5 ਲੱਖ ਦਾ ਹਿੱਸਾ ਮੰਗਿਆ ਹੈ। ਕੋਲੋਨਾਈਜ਼ਰ ਦਵਿੰਦਰ ਸੰਧੂ ਨੇ ਐਂਟੀ ਕਰਪਸ਼ਨ ਹੈਲਪਲਾਈਨ ਤੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਦਿੱਤੀ ਸੀ ਔਰ ਸ਼ਿਕਾਇਤ ਦੇਣ ਤੋਂ ਬਾਅਦ ਅੱਜ ਜਿਹੜਾ ਹੈਗਾ ਵਿਸ਼ਾਲ ਚੌਹਾਨ ਨੂੰ ਅਰੈਸਟ ਕੀਤਾ ਗਿਆ। ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਹਾਲਾਂਕਿ ਹਲੇ ਹੋਣੀ ਹੈ। ਇਲਜ਼ਾਮ ਜਿਹੜੇ ਹੈਗੇ ਸਾਰੇ ਲੱਗੇ ਨੇ ਔਰ ਇਲਜ਼ਾਮ ਕਾਫੀ ਸੰਗੀਨ ਨੇ। ਮਨੋਜ ਰਾਠੀ ਮੇਰੇ ਸਹਿਯੋਗੀ ਜੁੜ ਰਹੇ ਨੇ ਸਾਡੇ ਨਾਲ।
ਔਰ ਮਨੋਜ ਇਹ ਜਿਹੜਾ ਪੂਰੇ ਦਾ ਪੂਰਾ ਮਾਮਲਾ ਕਰਪਸ਼ਨ ਦਾ ਮਾਮਲਾ ਕਈ ਸਾਰੇ ਸਵਾਲ ਖੜੇ ਹੁੰਦੇ ਨੇ ਆਈਐਫਐਸ ਅਧਿਕਾਰੀ ਦੀ ਇਨਵੋਲਵਮੈਂਟ ਔਰ ਕਿਸ ਤਰੀਕੇ ਰਿਸ਼ਵਤ ਲੈਣ ਦਾ ਇਲਜ਼ਾਮ ਲੱਗਿਆ 100 ਰੁਪਏ ਹਰ ਬੂਟੇ ਦੇ ਹਿਸਾਬ ਨਾਲ ਲਏ ਜਾਂਦੇ ਸੀਗੇ ਇਹ ਇਲਜ਼ਾਮ ਲੱਗਿਆ ਕਾਫੀ ਗੁੰਝਲਦਾਰ ਮਾਮਲਾ ਕੁੱਲ ਮਿਲਾ ਕੇ बिल्कुल गगन ये बहुत बड़ा स्कैम है क्योंकि विजिलेंस वालों जब ये जानकारी दी गई है साझा की गई है कि ਜਿਹੜੇ ਵੀ ਹੁਣ ਪਹਿਲਾਂ ਡੀਐਫਓ ਜਿਹੜਾ ਅਰੈਸਟ ਹੋਇਆ ਸੀਗਾ ਗੁਰਮਨ ਉਸ ਤੋਂ ਬਾਅਦ ਉਹਦੇ ਜਿਹੜਾ ਠੇਕੇਦਾਰ ਸਾਥੀ ਹੈ ਹਾਮੀ ਉਹਨੂੰ ਅਰੈਸਟ ਕੀਤਾ ਸੀਗਾ ਤੇ ਉਹਨਾਂ ਦੀ ਪੁੱਛਗਿੱਛ ਐਫਆਈਆਰ ਨੰਬਰ 6 ਜਦ ਉਹਨਾਂ ਦੀ ਪੁੱਛਗਿੱਛ ਹੋਈ ਤਾਂ ਵੱਡੇ ਖੁਲਾਸੇ ਕਹਿ ਸਕਦੇ ਹਾਂ ਕਿ ਇਸ ਪੂਰੇ ਮਾਮਲੇ 'ਚ ਨਿਕਲ ਕਰ ਸਾਹਮਣੇ ਆ ਰਹੇ ਹਨ ਇਹ ਹਜ਼ਾਰਾਂ ਇਹ ਕਹਿ ਸਕਦੇ ਕਿ ਲੱਖਾਂ ਕਰੋੜਾਂ ਦਾ ਜਿਹੜਾ ਹੈਗਾ ਉਹ ਸਕੈਮ ਸਾਹਮਣੇ ਆ ਰਿਹਾ ਲਗਾਤਾਰ ਜਿਹੜੇ ਵਿਜੀਲੈਂਸ ਹੁਣ ਇਨਕੁਆਇਰੀ ਕਰ ਰਹੀ ਹੈ ਕੱਲ ਜਿਹੜਾ ਵਿਸ਼ਾਲ ਚੌਹਾਨ ਹੈ ਕੰਜ਼ਰਵੇਟਰ ਫੋਰੈਸਟ ਇਹਨੂੰ ਬੁਲਾਇਆ ਗਿਆ ਸੀਗਾ ਪੁੱਛਗਿੱਛ ਵਾਸਤੇ ਤੇ ਇਹਨੂੰ 3-4 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਦੇਰ ਸ਼ਾਮ ਇਹਦੇ ਤੇ ਅਰੈਸਟ ਪਾਈ ਗਈ ਹੈ ਤੇ ਵਿਜੀਲੈਂਸ ਇਹ ਦੱਸ ਰਹੀ ਹੈ ਕਿ ਕਾਫੀ ਪ੍ਰੂਫ ਜਿਹੜੇ ਹੈਗੇ ਇਹਦੇ ਅਗੇਂਸਟ ਵਿਜੀਲੈਂਸ ਕੋਲ ਹੈਗੇ ਕਈ ਚੀਜ਼ਾਂ ਰਿਕਵਰ ਹੋਈ ਹੈ ਸਭ ਤੋਂ ਅਹਿਮ ਗੱਲ ਇਹਦੇ ਵਿੱਚ ਇਹ ਹੈ ਕਿ ਜਿਹੜਾ ਵਿਸ਼ਾਲ ਚੌਹਾਨ ਹੈ ਉਹ ਪਰ ਬੂਟਾ 100 ਰੁਪਏ ਲੈਂਦਾ ਸੀਗਾ ਤੇ ਤੁਸੀਂ ਸਿਵਾਲੀ ਖਿਲ ਜਾਓ ਇੰਨਾ ਵੱਡਾ ਏਰੀਆ ਹੈ ਬਹੁਤ ਵੱਡਾ ਏਰੀਆ ਹੈ ਯਾਨੀ ਕਿ ਲੱਖਾਂ ਦੀ ਜਿਹੜੀ ਰਿਸ਼ਵਤ ਹੈ ਦੂਜੀ ਗੱਲ ਜਿਹੜਾ ਇੱਕ ਸਰਕਾਰ ਦੀ ਸਕੀਮ ਹੈ ਉਹਦੇ ਵਿੱਚ 1000 ਕਰੋੜ ਰੁਪਏ ਆਏ ਸੀਗੇ ਉਹਦੇ ਵਿੱਚ ਇਹ ਡਿਪਟੀ ਸੀਓ ਸੀਗਾ ਇਹਦੀ ਜਿਹੜੀ ਪੋਸਟ ਸੀਗੀ ਉਹਦੇ ਡਿਪਟੀ ਸੀਓ ਸੀਗਾ ਉਹਦੇ ਵਿੱਚ ਵੀ ਇਹਨੇ ਕਮਿਸ਼ਨ ਲਿੱਤੀ ਹੈ ਉਹਦੇ ਵਿੱਚ ਵੀ ਕਮਿਸ਼ਨ ਲੈਂਦਾ ਸੀਗਾ ਯਾਨੀ ਕਿ ਇਹਦਾ ਜਿਹੜਾ ਕਮਿਸ਼ਨ ਦਾ ਖੇਲ ਹੈ 1% 2% 3% ਇਹ ਸਾਰੇ ਜਿਹੜੇ ਠੇਕੇਦਾਰ ਨੇ ਹੋਰ ਜਿਹੜੇ ਡੀਐਫਓਜ਼ ਨੇ ਇਹ ਲਗਾਤਾਰ ਉਹਨਾਂ ਤੋਂ ਜਿਹੜੀ ਹੈਗੀ ਉਹ ਰਿਸ਼ਵਤ ਦਾ ਜਿਹੜਾ ਕਮਿਸ਼ਨ ਦਾ ਖੇਡ ਹੈ ਉਹ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਸੀਗਾ ਔਰ ਕਮਿਸ਼ਨ ਵੀ ਛੋਟੀ ਮੋਟੀ ਨਹੀਂ ਹੈ ਯਾਨੀ ਕਿ ਮਹੀਨੇ ਦੀ ਅਸੀਂ ਗੱਲ ਕਰੀਏ ਜਿਹੜੇ ਪੁਲਿਸ ਹੋਸੀ ਦੱਸ ਰਹੇ ਨੇ ਕਿ 35 ਤੋਂ 40 ਲੱਖ ਦੀ ਰਿਸ਼ਵਤ ਪਰ ਮੰਥ ਬਹੁਤ ਹੁੰਦੀ ਹੈ ਗਗਨ ਜੀ ਆਪਾਂ ਗੱਲ ਕਰੀਏ ਲਗਾਤਾਰ ਇਸ ਤਰ੍ਹਾਂ ਦਾ ਜਿਹੜਾ ਖੇਡ ਹੈ ਰਿਸ਼ਵਤ ਦਾ ਕਮਿਸ਼ਨ ਦਾ ਉਹ ਲਗਾਤਾਰ ਚੱਲ ਰਿਹਾ ਸੀ ਤੇ ਹੁਣ ਇਹਦੇ ਵਿੱਚ ਨਵੀਂ ਜਿਹੜੀ ਚੀਜ਼ਾਂ ਸਾਹਮਣੇ ਆਈਆਂ ਕਿ ਜਿਹੜੀ ਪ੍ਰਾਪਰਟੀ ਹੈ ਉਹਦੀ ਜਿਹੜੀ ਵਿਸ਼ਾਲ ਚੌਹਾਨ ਦੀ ਪ੍ਰਾਪਰਟੀ ਹੈ ਉਹਦੀ ਵੀ ਜਿਹੜੀ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ 16 ਮਰਲੇ ਦੀ ਕੋਠੀ ਆਈਟੀ ਸਿਟੀ 'ਚ ਬਣਾ ਰਿਹਾ ਹਵੇਲੀ ਬਣਾ ਰਿਹਾ ਬਹੁਤ ਆਲੀਸ਼ਾਨ ਕਹਿ ਸਕਦੇ ਹਾਂ ਕਿ ਹਵੇਲੀ ਜਿਹੜੀ ਹੈ ਉਹ ਤਿਆਰ ਹੋ ਰਹੀ ਹੈ ਉਹ ਸਾਰੇ ਪੈਸੇ ਕਿੱਥੋਂ ਆਏ ਹੋਰ ਕਿੱਥੇ ਪ੍ਰਾਪਰਟੀਆਂ ਨੇ ਹੋਰ ਕਿੱਥੇ ਸਾਰੀ ਚੀਜ਼ਾਂ ਨੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਜਿਹੜਾ ਇਹ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਪੁੱਛਗਿੱਛ ਵਿੱਚ ਹਾਲਾਂਕਿ ਕਈ ਚੀਜ਼ਾਂ ਜਿਹੜੀਆਂ ਵਿਸ਼ਾਲ ਚੌਹਾਨ ਨੇ ਦੱਸੀ ਹੈ ਪੁਲਿਸ ਸੋਰਸਿਸ ਜਿਹੜੇ ਦੱਸ ਰਹੇ ਨੇ ਉਹਨੇ ਇਹ ਵੀ ਗੱਲ ਮੰਨੀ ਹੈ ਕਿ ਜਿਹੜਾ ਡੀਐਫਓ ਹੈ ਗੁਰਮਨ ਉਹ ਪੈਸੇ ਲੈਂਦਾ ਸੀ ਉਹ ਪੈਸੇ ਰਿਸ਼ਵਤ ਦੇ ਲੈਂਦਾ ਸੀਗਾ ਹਾਲਾਂਕਿ ਵਿਸ਼ਾਲ ਚੌਹਾਨ ਖਿਲਾਫ ਜਿਹੜੇ ਵਿਜੀਲੈਂਸ ਹੈ ਉਹਨਾਂ ਤੋਂ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਉਹ ਰਿਕਵਰ ਹੋਈ ਹੈ ਪੁੱਛਗਿੱਛ 'ਚ ਕਈ ਚੀਜ਼ਾਂ ਸਾਹਮਣੇ ਆਈਆਂ ਤੇ ਵਿਜੀਲੈਂਸ ਇਹ ਕਹਿੰਦੀ ਨਜ਼ਰ ਆ ਰਹੀ ਹੈ ਹਜੇ ਹੋਰ ਵੀ ਵੱਡੇ ਮਗਰਮੱਛ ਇਹਦੇ ਵਿੱਚ ਸ਼ਾਮਿਲ ਨੇ ਜਿਨ੍ਹਾਂ ਨੂੰ ਜਲਦ ਹੀ ਕਾਬੂ ਕੀਤਾ ਜਾਏਗਾ ਜਿਨ੍ਹਾਂ ਨੂੰ ਜਲਦ ਹੀ ਅਰੈਸਟ ਕੀਤਾ ਜਾਏਗਾ ਕਿਉਂਕਿ ਇੱਕ ਜਿਹੜਾ ਜੰਗਲਾਤ ਵਿਭਾਗ ਹੈ ਇਹਦੇ ਵਿੱਚ ਜਿੰਨੇ ਵੀ ਵੱਡੇ ਏਰੀਆਜ਼ ਹੁੰਦੇ ਸ਼ਿਵਾਲਿਕ ਜਿਹੜੇ ਹੁੰਦੇ ਹੋਰ ਵੱਡੇ ਮੋਹਾਲੀ ਦੀ ਅਸੀਂ ਗੱਲ ਕਰੀਏ ਸਿਸਵਾ ਦੇ ਨੇੜੇ ਦਸੂਆਂ ਰੋਪੜ ਸਾਈਡ ਇਹ ਵੱਡੇ ਜਿਹੜੇ ਹਿਲਸ ਏਰੀਆ ਹੁੰਦੇ ਇਹਨਾਂ ਦੀ ਵੀ ਬੋਲੀ ਲੱਗਦੀ ਸੀ ਕਿ ਜਿੰਨੇ ਕਿ ਪੈਸੇ ਦੇਣੇ ਕਿੰਨੇ ਪੈਸੇ ਦੀ ਰਿਸ਼ਵਤ ਦੇਣੀ ਹੈ ਕਿੰਨਾ ਕਮਿਸ਼ਨ ਦੇਣਾ ਹੈ ਇਹ ਸਾਰੇ ਇਹਨਾਂ ਦੇ ਹੱਥ 'ਚ ਹੁੰਦਾ ਹੈ ਕਿਉਂਕਿ ਇੱਕ ਕੰਜ਼ਰਵੇਟਿਵ ਫੋਰੈਸਟ ਦੀ ਜਿਹੜੀ ਪੋਸਟ ਹੁੰਦੀ ਹੈ ਇੱਕ ਡੀਆਈਜੀ ਲੈਵਲ ਦੀ ਹੁੰਦੀ ਹੈ ਪੋਸਟ ਗਗਨ ਡੀਆਈਜੀ ਹੁੰਦਾ ਹੈ ਫੋਰੈਸਟ ਡਿਪਾਰਟਮੈਂਟ ਦਾ ਜਿਹੜੀ ਇਹਦੀ ਪੋਸਟ ਸੀਗੀ ਡੀਆਈਜੀ ਲੈਵਲ ਦੀ ਪੋਸਟ ਸੀਗੀ ਇਹਦੀ ਜਦ ਇਹਨੂੰ ਅਰੈਸਟ ਕੀਤਾ ਹੈ ਕੱਲ ਤੇ ਕਈ ਖੁਲਾਸੇ ਕਈ ਪ੍ਰੂਫਸ ਗਗਨ ਇਹਦੇ ਕੋਲੋਂ ਜਿਹੜੇ ਹੈਗੇ ਵਿਜੀਲੈਂਸ ਕੋਲ ਇਸ ਟਾਈਮ ਮੌਜੂਦ ਨੇ ਤੇ ਵਿਸ਼ਾਲ ਚੌਹਾਨ ਤੋਂ ਪੁੱਛਗਿੱਛ ਥੋੜੀ ਦੇਰ ਤੱਕ ਅਸੀਂ ਕੋਰਟ 'ਚ ਖੜੇ ਹਾਂ ਥੋੜੀ ਦੇਰ ਤੱਕ ਜਿਹੜਾ ਵਿਸ਼ਾਲ ਚੌਹਾਨ ਨੂੰ ਹੁਣ ਕੋਰਟ 'ਚ ਪੇਸ਼ ਕਰਨਾ ਹੈ ਤੇ ਕੋਰਟ 'ਚ ਪੇਸ਼ ਕਰਨ ਤੋਂ ਬਾਅਦ ਇਹਦਾ ਜਿਹੜਾ ਰਿਮਾਂਡ ਹੈ ਉਹ ਹਾਸਿਲ ਕੀਤਾ ਜਾਏਗਾ ਕਿਉਂਕਿ ਰਿਮਾਂਡ ਦੌਰਾਨ ਕਈ ਪ੍ਰਾਪਰਟੀਜ਼ ਨੂੰ ਲੈ ਕੇ ਕਈ ਜਿਹੜੇ ਡਾਕੂਮੈਂਟਸ ਨੂੰ ਲੈ ਕੇ ਕਈ ਚੀਜ਼ਾਂ ਦਾ ਜਿਹੜਾ ਵਿਜੀਲੈਂਸ ਨੇ ਖੁਲਾਸਾ ਕਰਨਾ ਹੈ ਗਗਨ ਬਿਲਕੁਲ ਮਨੋਜ ਤੁਸੀਂ ਇਸ ਮਾਮਲੇ ਨਜ਼ਰ ਬਣਾ ਕੇ ਰੱਖਣਾ ਅਪਡੇਟ ਦੇ ਲਈ ਵਾਪਸ ਤੁਹਾਡੇ ਕੋਲ ਆਵਾਂਗੇ ਮਨੋਜ ਰਾਠੀ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਨੇ ਕਿਸ ਤਰੀਕੇ ਵਿਸ਼ਾਲ ਚੌਹਾਨ ਰਿਸ਼ਵਤ ਲੈਂਦਾ ਸੀ ਔਰ ਉਸ ਨੂੰ ਲੈ ਕੇ ਵਿਜੀਲੈਂਸ ਦੇ ਕੋਲ ਇਸ ਵੇਲੇ ਪੁਖਤਾ ਸਬੂਤ ਜਿਹੜੇ ਹੈਗੇ ਵਿਜੀਲੈਂਸ ਨੇ ਇਕੱਠੇ ਕੀਤੇ ਨੇ ਇੱਕ ਦਸਤਾਵੇਜ਼ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਇੱਕ ਦਸਤਾਵੇਜ਼ ਨੂੰ ਖੰਗਾਲ ਕੇ ਜਿਹੜਾ ਹੈਗਾ ਹੁਣ ਪੇਸ਼ੀ ਹੋਣੀ ਹੈ ਵਿਸ਼ਾਲ ਚੌਹਾਨ ਦੀ ਅਦਾਲਤ ਦੇ ਵਿੱਚ ਜਿੱਥੋਂ ਰਿਮਾਂਡ ਲਿਆ ਜਾਵੇਗਾ ਪੁੱਛਗਿੱਛ ਜਿਹੜੀ ਹੈਗੀ ਹੋਰ ਅੱਗੇ ਤੁਰੇਗੀ ਭਾਰਤ ਸਰਕਾਰ ਦੀ ਸਕੀਮ ਦੇ ਵਿੱਚ ਵੀ ਕਮਿਸ਼ਨ ਲਿਆ ਗਿਆ ਇਲਜ਼ਾਮ ਇਹ ਵੀ ਨੇ ਔਰ ਬਹੁਤ ਵੱਡਾ ਜਿਸ ਤਰੀਕੇ ਮਨੋਜ ਰਾਠੀ ਦੱਸ ਰਹੇ ਸੀਗੇ ਉਹਦਾ ਜਿਹੜਾ ਹੈਗਾ ਉਹ ਬਹੁਤ ਵੱਡਾ ਡੀਆਈਜੀ ਦੇ ਬਰਾਬਰ ਰੈਂਕ ਦਾ ਉਹਦਾ ਹੁੰਦਾ ਹੈ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਕੰਜ਼ਰਵੇਟਿਵ ਫੋਰੈਸਟ ਜਿਹੜਾ ਅਧਿਕਾਰੀ ਦਾ ਉਹਦਾ ਹੁੰਦਾ ਹੈ ਤੇ ਉਸ ਅਹੁਦੇ ਤੇ ਰਹਿੰਦੇ ਹੋਏ ਰਿਸ਼ਵਤ ਲਈ ਜਾ ਰਹੀ ਸੀ ਔਰ ਪੂਰੇ ਦਾ ਪੂਰਾ ਨੈਕਸਸ ਜਿਹੜਾ ਸੀਗਾ ਉਸ ਨੂੰ ਬਣਾਇਆ ਵਕਤ ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਵੀ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ